ਰਾਮਦਾਸ ਗੁਣ ਗਾਵਾਂ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਗੁਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ, ਸਰਬ ਕਲਾ ਭਰਪੂਰ। ਪਤਿਤ ਪਾਵਨ ਭਗਤ ਵਤਸਲ ਅੰਤਰਜਾਮੀ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਲੜੀਵਾਰ ਰੂਪ ਵਿੱਚ ਦਸ਼ਮੇਸ਼ ਪਿਤਾ, ਅੰਮ੍ਰਿਤ ਕੇ ਦਾਤੇ, ਪੰਥ ਕੇ ਵਾਲੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਗਾਥਾ ਲੜੀਵਾਰ ਰੂਪ ਵਿੱਚ ਚੱਲ ਰਹੀ ਹੈ। ਮਹਾਰਾਜ ਸਾਹਿਬ ਜੀ ਆਗਰੇ ਸ਼ਹਿਰ ਦੇ ਵਿੱਚ ਬਾਗ ਦੇ ਵਿੱਚ ਪੜਾਅ ਕੀਤਾ ਹੋਇਆ ਹੈ।
ਸਿੱਖ ਸੰਗਤਾਂ ਨੂੰ ਦਰਸ਼ਨ ਦੇ ਕਰਕੇ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਹਨ। ਬਹਾਦਰ ਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਹੈ। ਹੋਰ ਵੀ ਸੰਗਤਾਂ ਆਗਰੇ ਸ਼ਹਿਰ ਦੀਆਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ, ਜਿੱਥੇ ਮਹਾਰਾਜ ਸਾਹਿਬ ਜੀ ਨੇ ਪੜਾਅ ਕੀਤਾ ਹੈ ਬਾਗ ਦੇ ਅੰਦਰ, ਉੱਥੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਹੀਆਂ ਹਨ। ਭਾਈ ਜਵਾਹਰ ਸਿੰਘ ਜੀ ਜੋ ਸੁਨਿਆਰਾ ਸਿੱਖ ਹੈ, ਬਹੁਤ ਚੰਗੀ ਤਰ੍ਹਾਂ ਜੜਤਕਾਰੀ ਕਰਨੀ ਜਾਣਦਾ ਹੈ। ਉਸ ਦੀ ਨੌਜਵਾਨ ਪੁੱਤਰੀ ਉਹ ਵੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਹੈ। ਨਮਸਕਾਰ ਕਰਕੇ ਸੰਗਤ ਵਿੱਚ ਬੈਠੀ ਹੈ। ਅਗਲੇ ਪਾਸੇ ਦਸ਼ਮੇਸ਼ ਪਾਤਸ਼ਾਹ ਜੀ ਦੇ ਸਨਮੁਖ ਬੈਠ ਕੇ ਦਰਸ਼ਨ ਕਰ ਰਹੀ ਹੈ। ਜਦੋਂ ਬਹਾਦਰ ਸ਼ਾਹ ਆ ਕੇ ਬੈਠਿਆ ਨਮਸਕਾਰ ਕਰਕੇ, ਤਾਂ ਉਹ ਭਾਈ ਜਵਾਹਰ ਸਿੰਘ ਦੀ ਇਸ ਪੁੱਤਰੀ ਨੂੰ ਵੇਖ ਕਰਕੇ ਬਹਾਦਰ ਸ਼ਾਹ ਦਾ ਚਿੱਤ ਮੋਹਿਤ ਹੋਇਆ। ਫਿਰ ਹੋਰ ਕੁਝ ਗੱਲਾਂ ਬਾਤਾਂ ਗੁਰੂ ਸਾਹਿਬ ਜੀ ਦੇ ਨਾਲ ਕੀਤੀਆਂ ਕਿ ਮਹਾਰਾਜ, ਸਾਡੇ ਇਸਲਾਮ ਧਰਮ ਦੇ ਵਿੱਚ ਤਾਂ ਐਸਾ ਹੈ ਕਿ ਜਿਹੜਾ ਕਲਮਾ ਪੜ੍ਹ ਲੈਂਦਾ ਹੈ ਉਹ ਭਿਸਤ ਨੂੰ ਚਲੇ ਜਾਂਦਾ, ਸਵਰਗ ਨੂੰ ਚਲੇ ਜਾਂਦਾ। ਦਸ਼ਮੇਸ਼ ਪਾਤਸ਼ਾਹ ਨੇ ਆਖਿਆ ਵੀ ਬਹਾਦਰ ਸ਼ਾਹ, ਇਸ ਤਰ੍ਹਾਂ ਨਹੀਂ ਹੁੰਦਾ। ਕਲਮਾ ਪੜ੍ਹਨ ਦੇ ਨਾਲ ਕਰਮ ਵੀ ਚੰਗੇ ਕਰਨੇ ਪੈਂਦੇ ਆ। ਇਹ ਨਹੀਂ ਵੀ ਕੰਮ ਖੋਟੇ ਕਰੇ ਤੇ ਖੋਟਾ ਇਨਸਾਨ, ਖੋਟਾ ਪੁਰਸ਼, ਕਲਮਾ ਪੜ੍ਹਨ ਵਾਲਾ ਉਹ ਭਿਸਤਾਂ ਨੂੰ ਨਹੀਂ ਜਾਂਦਾ, ਉਹਨੂੰ ਦੋਜ਼ਖ ਵਿੱਚ ਹੀ ਪੈਣਾ ਪੈਂਦਾ। ਫਿਰ ਮਹਾਰਾਜ ਸਾਹਿਬ ਜੀ ਨੇ 1 ਰੁਪਈਆ ਜਿਹਦੇ ਉੱਤੇ ਕਲਮਾ ਲਿਖਿਆ ਹੋਇਆ ਸੀ, ਹਿਜਰੀ ਸੰਨ ਲਿਖਿਆ ਹੋਇਆ ਸੀ, ਉਹ ਖਜ਼ਾਨਚੀ ਸਿੰਘ ਨੂੰ ਕਹਿ ਕਰਕੇ ਵੀ ਬਾਜ਼ਾਰ ਵਿੱਚ ਇਹਨੂੰ ਤੁੜਾ ਕੇ ਇਹਦੇ ਟਕੇ ਲੈ ਕੇ ਆ। ਜਿਸ ਵੇਲੇ ਸਰਾਫਾਂ ਦੀਆਂ ਦੁਕਾਨਾਂ ਤੇ ਗਿਆ ਹੈ ਸਿੰਘ, ਉਹਨਾਂ ਨੇ ਖੋਟਾ ਵੇਖ ਕੇ ਵਗਾਹ ਮਾਰਿਆ, ਸੁੱਟ ਦਿੱਤਾ। ਦੂਸਰੀ ਦੁਕਾਨ ਤੇ ਗਿਆ, ਉਹਨੇ ਵੀ ਆਖਿਆ ਇਹ ਖੋਟਾ ਇਹ ਨਹੀਂ ਚੱਲਣਾ। ਤੀਜੀ ਤੇ ਗਿਆ, ਚੌਥੀ ਤੇ, ਪੰਜਵੀਂ ਦੁਕਾਨ ਤੇ ਗਿਆ। ਸਾਰਿਆਂ ਨੇ ਗੁੱਸੇ ਵਿੱਚ ਆ ਕੇ ਆਖਿਆ ਤੂੰ ਖੋਟਾ ਲਈ ਫਿਰਦਾ, ਇਹ ਰੁਪਈਆ ਇਹ ਨਹੀਂ ਚੱਲਣਾ। ਮਹਾਰਾਜ ਸਾਹਿਬ ਜੀ ਨੂੰ ਆਪ ਬੇਨਤੀ ਕੀਤੀ, ਸਤਿਗੁਰੂ ਇਹ ਖੋਟਾ ਹੈ, ਇਹ ਨਹੀਂ ਚੱਲਿਆ, ਇਹਦੇ ਨਹੀਂ ਟਕੇ ਮਿਲੇ। ਗਰੀਬ ਨਵਾਜ ਸਤਿਗੁਰੂ ਕਹਿਣ ਲੱਗੇ, ਬਹਾਦਰ ਸ਼ਾਹ ਵੇਖ, ਰਾਜ ਤੇਰਾ, ਬਾਜ਼ਾਰ ਤੇਰਾ, ਤੇ ਕਲਮਾਂ ਉੱਤੇ ਲਿਖਿਆ ਹੋਇਆ ਹੈ ਟਕਾ ਤੇ ਤੇਰੇ ਰਾਜ ਵਿੱਚ, ਤੇਰੇ ਬਾਜ਼ਾਰ ਵਿੱਚ ਨਹੀਂ ਚੱਲਿਆ, ਖੋਟਾ ਹੋਣ ਕਰਕੇ। ਤੇ ਜਿਸ ਥਾਂ ਦੇ ਉੱਤੇ ਨਿਆਂ ਕੋਈ ਹੋਰ ਕਰਦਾ ਹੈ, ਉੱਥੇ ਖੋਟਾ ਕਿਵੇਂ ਚੱਲੇਗਾ? ਵੀ ਜਿੱਥੇ ਨਿਆਂ ਪਰਮੇਸ਼ਰ ਦਾ ਹੈ, ਅਕਾਲ ਪੁਰਖ ਦਾ ਹੈ, ਉੱਥੇ ਖੋਟਾ ਨਹੀਂ ਚੱਲਦਾ ਹੈ, ਖੋਟੇ ਨੂੰ ਬਾਹਰ ਸੁੱਟ ਦਿੱਤਾ ਜਾਂਦਾ। ਇਸ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਵੀ ਕਲਮਾ ਪੜ੍ਹਨ ਦੇ ਨਾਲ ਨਾਲ ਅੰਦਰ ਨੂੰ ਵੀ ਸ਼ੁੱਧ ਕਰਨਾ ਪੈਂਦਾ। ਅੰਤਰ ਸ਼ੁੱਧ ਭਏ ਛੁੱਟ ਜਾਏ ਹੈ। ਜਦੋਂ ਅੰਦਰ ਜੀਵ ਦਾ ਸ਼ੁੱਧ ਹੁੰਦਾ ਹੈ ਫਿਰ ਛੁੱਟਦਾ ਹੈ। ਜੇ ਅੰਦਰ ਖੋਟ ਹੈ ਨਾ, ਅੰਤਰ ਖੋਟ ਮਹਾਂ ਦੁੱਖ ਪੈ ਹੈ, ਫਿਰ ਵੱਡਾ ਦੁੱਖ ਪਾਉਣਾ ਪੈਂਦਾ। ਵਹਿਰ ਬੇਖ ਮਨ ਹੈ ਕੋ ਨਾਹੀ, ਬਾਹਰਲੇ ਲਿਬਾਸ ਨੂੰ ਕੋਈ ਨਹੀਂ ਮੰਨਦਾ ਹੈ। ਕਰਮ ਸ਼ੁਭਾ ਸ਼ੁਭ ਮਿਟਹਿ ਨਾ ਕਾਹੀ, ਜਿਸ ਤਰ੍ਹਾਂ ਦੇ ਜੀਵ ਕਰਮ ਕਰਦਾ ਹੈ ਨਾ, ਸ਼ੁਭ ਅਸ਼ੁਭ, ਉਹ ਮਿਟਦੇ ਨਹੀਂ ਹਨ। ਭਾਵ ਚੰਗੇ ਮਾੜੇ ਕਰਮਾਂ ਦਾ ਫਲ ਇਹਨੂੰ ਭੋਗਣਾ ਪੈਂਦਾ। ਉਹ ਇਹਦੇ ਵਾਚੇ ਜਾਂਦੇ ਆ ਚੰਗੇ ਮਾੜੇ ਕਰਮ। ਜਿਵੇਂ ਸਾਧ ਸੰਗਤ ਜੀ ਆਪਾਂ ਸ਼ਲੋਕ ਵਿੱਚ ਪੜ੍ਹਦੇ ਹਾਂ, ਜਗਤ ਗੁਰੂ ਜੀ ਨੇ ਫਰਮਾਇਆ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪੋ ਆਪਣੀ ਕਰਮੀ ਦੇ ਅਨੁਸਾਰ, ਕਰਮਾਂ ਦੇ ਅਨੁਸਾਰ ਜੀਵ ਨੂੰ ਫਲ ਭੋਗਣਾ ਪੈਂਦਾ। ਇਸੇ ਤਰ੍ਹਾਂ ਫਿਰ ਇਹ ਬਹਾਦਰ ਸ਼ਾਹ ਦੀ ਦ੍ਰਿਸ਼ਟੀ ਉੱਧਰ ਹੀ ਲੱਗੀ ਹੋਈ ਹੈ। ਤਾਂ ਕਲਗੀਧਰ ਪਾਤਸ਼ਾਹ ਜੀ ਨੇ ਇਹਦੇ ਹਿਰਦੇ ਦੀ ਜਾਨੀ, ਚਿੱਤ ਕੀ ਗਤ ਸਤਿਗੁਰ ਨੇ ਜਾਨੀ, ਸ਼ਾਹ ਬਹਾਦਰ ਸਾਥ ਬਖਾਨੀ। ਤੇ ਬਹਾਦਰ ਸ਼ਾਹ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਫਿਰ ਬਚਨ ਕੀਤਾ। ਉਹ ਕੀ ਕੀਤਾ? ਉਹ ਸਾਧ ਸੰਗਤ ਜੀ ਅੱਜ ਦੇ ਪ੍ਰਸੰਗ ਵਿੱਚ ਆ ਰਿਹਾ ਹੈ।
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਸ਼ਮੇਸ਼ ਪਿਤਾ ਸਤਿਗੁਰੂ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾਰਾਜ ਕਹਿਣ ਲੱਗੇ ਬਹਾਦਰ ਸ਼ਾਹ ਤੇਰਾ ਚਿੱਤ ਤਾਂ ਸਿੱਖ ਦੀ ਪੁੱਤਰੀ ਦੇ ਉੱਤੇ ਲੁਭਾਇਮਾਨ ਹੋ ਰਿਹਾ ਹੈ। ਤੇਰਾ ਸਿੱਖ ਤਾਂ ਪਾਰੀ ਇਸਤਰੀ ਦੇ ਉੱਤੇ ਲੁਭਾਇਮਾਨ ਹੋ ਰਿਹਾ ਹੈ। ਜੋ ਤੇਰੇ ਅੰਦਰ ਦੀ ਚਾਹਤ ਹੈ ਨਾ, ਜੋ ਇੱਛਾ ਹੈ, ਬਹਾਦਰ ਸ਼ਾਹ ਸਾਨੂੰ ਸੱਚ ਦੱਸ ਦੇ। ਤੂੰ ਸਾਡੇ ਪਾਸ ਬੈਠ ਕੇ ਸਾਡੀ ਹਾਜ਼ਰੀ ਦੇ ਵਿੱਚ ਕਪਟ ਨਾ ਧਾਰਨ ਕਰ। ਜੋ ਕੁਝ ਤੇਰੇ ਅੰਦਰ ਇੱਛਾ ਹੈ ਉਹ ਸੱਚੀ ਸਾਨੂੰ ਦੱਸ ਦੇ। ਜੋ ਤੇਰੇ ਹਿਰਦੇ ਵਿੱਚ ਆ ਨਾ ਬਹਾਦਰ ਸ਼ਾਹ, ਉਹ ਸਾਨੂੰ ਤੂੰ ਸਾਫ਼-ਸਾਫ਼ ਦੱਸ ਦੇਣਾ ਕਰ। ਦਸ਼ਮੇਸ਼ ਪਾਤਸ਼ਾਹ ਤੋਂ ਡਰਦਿਆਂ ਹੋਇਆਂ ਬਹਾਦਰ ਸ਼ਾਹ ਨੇ ਹੱਥ ਜੋੜ ਕੇ ਦੱਸ ਦਿੱਤਾ। ਕਹਿੰਦਾ ਸ੍ਰੀ ਗੁਰੂ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਤੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ। ਮਹਾਰਾਜ ਸਾਰੇ ਹਿਰਦਿਆਂ ਦੀ ਤੁਸੀਂ ਜਾਣਨ ਵਾਲੇ ਹੋ, ਸਭ ਦੇ ਅੰਦਰ ਦੀ ਜਾਣਨ ਵਾਲੇ ਹੋ। ਜੋ ਮਹਾਰਾਜ ਆਪ ਜੀ ਤੋਂ ਛੁਪਾਵੇ ਕੋਈ ਗੱਲ, ਉਹ ਤਾਂ ਵਿਚਾਰੇ ਮੂਰਖ ਹਨ। ਵੇਖੋ ਇਨਸਾਨ ਜਾਣਦਾ ਹੈ, ਜਾਣਨਾ ਹੋਰ ਗੱਲ ਵਾ, ਪਰ ਫਿਰ ਵੀ ਗਲਤੀ ਕਰਦਾ। ਬਹਾਦਰ ਸ਼ਾਹ ਇਹ ਗੱਲ ਕਹਿ ਰਿਹਾ ਵੀ ਮਹਾਰਾਜ ਤੁਸੀਂ ਤਾਂ ਹਰੇਕ ਹਿਰਦੇ ਦੀ ਜਾਣਦੇ ਹੋ, ਤੇ ਕਿਹੜਾ ਬੰਦਾ ਇਹ ਗੱਲ ਨਹੀਂ ਕਹਿੰਦਾ। ਕਹਿੰਦੇ ਤਾਂ ਸਾਰੇ ਆ ਵੀ ਸਤਿਗੁਰੂ ਤਾਂ ਜੀ ਅੰਤਰਜਾਮੀ ਹੈ, ਇਹ ਗੱਲ ਕਹਿੰਦੇ ਵੀ ਹਨ, ਪਰ ਫਿਰ ਵੀ ਇਨਸਾਨ ਗਲਤੀਆਂ ਕਰਦਾ। ਇਸ ਗੱਲ ਨੂੰ ਸਮਝਦਿਆਂ ਹੋਇਆਂ ਇਸ ਨੂੰ ਮਹਾਰਾਜ ਸਾਹਿਬ ਜੀ ਨੇ ਆਖਿਆ, ਬੰਦਾ ਹੱਥ ਵਿੱਚ ਦੀਵਾ ਲੈ ਕਰਕੇ ਤੇ ਫਿਰ ਵੀ ਖੂਹ ਵਿੱਚ ਡਿੱਗਦਾ। ਹਾਥ ਦੀਪ ਕੂਏ ਪਰੇ, ਹੱਥ ਵਿੱਚ ਦੀਪ ਲੈ ਕਰਕੇ, ਦੀਵਾ ਲੈ ਕਰਕੇ ਫਿਰ ਵੀ ਖੂਹ ਵਿੱਚ ਡਿੱਗ ਪੈਂਦਾ। ਜਾਣਦਾ ਤੇ ਇਨਸਾਨ ਹੈ, ਜਾਣਨਾ ਹੋਰ ਗੱਲ ਹੈ, ਪਰ ਜਾਣਨਾ ਵੀ ਸਾਧ ਸੰਗਤ ਜੀ ਇੱਕ ਸਿਰਫ ਬਾਹਰੋਂ ਜਾਣਨਾ, ਇੱਕ ਅੰਦਰੋਂ ਜਾਣਨਾ। ਇੱਕ ਸਿਰਫ ਇਹ ਗੱਲ ਕਹਿਣੀ ਹੈ, ਜਿੱਥੇ ਹਿਰਦੇ ਦੀ ਭਾਵਨਾ ਨਹੀਂ ਉੱਥੇ ਸਿਰਫ ਕਹਿੰਦਾ ਹੀ ਹੈ, ਸਿਰਫ ਰਸਨਾ ਤੋਂ। ਇਹ ਮਹਾਰਾਜ ਸਾਹਿਬ ਅੰਤਰਜਾਮੀ ਹਨ, ਗੁਰੂ ਸਾਹਿਬ ਜੀ ਸਭ ਕੁਝ ਜਾਣਦੇ ਆ। ਜੇ ਹਿਰਦਾ ਵੀ ਇਹਦੇ ਨਾਲ ਸਹਿਮਤ ਹੋ ਜਾਵੇ ਤੇ ਫਿਰ ਗਲਤੀ ਨਾ ਕਰੇ। ਜਦੋਂ ਹਿਰਦਾ ਨਾਲ ਨਹੀਂ ਸਹਿਮਤ ਹੁੰਦਾ, ਸਿਰਫ ਰਸਨਾ ਤੋਂ ਹੀ ਕਹਿੰਦਾ ਹੈ ਵੀ ਗੁਰੂ ਸਾਹਿਬ ਜੀ ਅੰਤਰਜਾਮੀ ਆ, ਕਹਿੰਦਾ ਵਾ ਪਰ ਮੰਨਦਾ ਨਹੀਂ। ਤੋ ਗਰੀਬ ਨਵਾਜ਼ ਸਾਹਿਬ ਜੀ ਨੇ ਆਖਿਆ ਵੀ ਜੇ ਅੰਤਰਜਾਮੀ ਇਹ ਜਾਣੇ ਸਮਝੇ, ਜੇ ਵਾਹਿਗੁਰੂ ਜੀ ਨੂੰ ਨੇੜੇ ਸਮਝੇ, ਫਿਰ ਬੁਰਾ ਕਰ ਨਹੀਂ ਸਕਦਾ। ਪਰ ਇਹਨੇ ਸਮਝਿਆ ਹੀ ਨਹੀਂ, ਇਹ ਸਿਰਫ ਕਿਹਾ ਹੀ ਕਿਹਾ ਹੈ, ਆਖਿਆ ਹੀ ਆਖਿਆ। ਬਹਾਦਰ ਸ਼ਾਹ ਕਹਿੰਦਾ ਕਿ ਮਹਾਰਾਜ ਤੁਹਾਡੇ ਤੋਂ ਕੀ ਲੁਕਾਇਆ ਜਾ ਸਕਦਾ ਹੈ, ਤੁਸੀਂ ਸਾਰੇ ਸਰੀਰਾਂ ਦੀ, ਸਾਰੇ ਹਿਰਦਿਆਂ ਦੀ ਜਾਣਨ ਵਾਲੇ। ਜਿਹੜਾ ਆਪ ਜੀ ਤੋਂ ਕੁਝ ਲੁਕਾਵੇਗਾ, ਛੁਪਾਵੇਗਾ, ਉਹ ਤੇ ਵਿਚਾਰੇ ਮੂਰਖ ਹਨ। ਮਹਾਰਾਜ ਤੁਸੀਂ ਤਾਂ ਜਾਣਦੇ ਹੋ, ਪਰ ਮੈਂ ਤੁਹਾਨੂੰ ਸੱਚ ਦੱਸ ਦਿੰਦਾ ਕਿ ਮੇਰਾ ਮਨ ਜਿਹੜਾ ਇਹ ਲੁਭਾਇਮਾਨ ਹੋ ਗਿਆ ਵੇਖਦਿਆਂ ਹੀ। ਮਹਾਰਾਜ ਮੇਰੇ ਨੇਤਰ ਇਸ ਨੌਜਵਾਨ ਕੰਨਿਆ ਦੇ ਉੱਤੇ ਲੱਗ ਗਏ। ਜਦੋਂ ਮੈਂ ਵੇਖਿਆ ਨਾ ਇਹਦੇ ਸੁੰਦਰ ਸਰੂਪ ਨੂੰ, ਤੇ ਮੇਰੇ ਨੇਤਰ ਉਦੋਂ ਤੋਂ ਹੀ ਇੱਧਰ ਲੱਗ ਗਏ। ਇਹ ਮੈਂ ਸੱਚ ਦੱਸਦਾ ਹਾਂ।
ਬਹਾਦਰ ਸ਼ਾਹ ਨੇ ਉਹ ਸੱਚ ਕਹਿ ਦਿੱਤਾ ਮਹਾਰਾਜ ਸਾਹਿਬ ਜੀ। ਗਰੀਬ ਨਵਾਜ ਸਾਹਿਬ ਜੀ ਦੇ ਅੱਗੇ ਜਿਸ ਵੇਲੇ ਬੇਨਤੀ ਕਰ ਦਿੱਤੀ ਤੇ ਸਤਿਗੁਰਾਂ ਨੇ ਇਹਦੇ ਮੁਖ ਤੋਂ ਸੱਚ ਸੁਣਦਿਆਂ ਹੋਇਆਂ ਬਚਨ ਕੀਤਾ। ਕਹਿਣ ਲੱਗੇ ਬਹਾਦਰ ਸ਼ਾਹ ਵੀ ਜੇ ਇਸ ਤਰ੍ਹਾਂ ਸਾਡੇ ਸਿੱਖ ਦੀ ਪੁੱਤਰੀ ਦੇ ਉੱਤੇ ਤੇਰਾ ਮਨ ਲੁਭਾਇਮਾਨ ਹੋ ਗਿਆ ਹੈ ਤੇ ਸੰਧਿਆ ਵੇਲੇ ਇਸ ਲੜਕੀ ਨੂੰ, ਇਸ ਪੁੱਤਰੀ ਨੂੰ ਅਸੀਂ ਤੇਰੇ ਕੋਲੇ ਭੇਜ ਦਿਆਂਗੇ। ਜਿਸ ਵੇਲੇ ਸ਼ਾਮਾਂ ਪੈਣਗੀਆਂ ਨਾ ਤਾਂ ਇਹ ਨੌਜਵਾਨ ਲੜਕੀ ਨੂੰ ਅਸੀਂ ਤੇਰੇ ਪਾਸ ਭੇਜ ਦੇਵਾਂਗੇ। ਤੂੰ ਆਪਣੀ ਭਈ ਕਾਮਨਾ ਪੂਰੀ ਕਰ ਲਵੀਂ, ਇਹਦੇ ਨਾਲ ਤੂੰ ਆਪਣੀ ਇੱਛਾ ਪੂਰੀ ਕਰ ਲਵੀਂ ਜੋ ਤੇਰਾ ਮਨ ਲੁਭਾਇਮਾਨ ਹੋਇਆ ਹੈ। ਬਹਾਦਰ ਸ਼ਾਹ ਖੁਸ਼ ਹੋ ਗਿਆ। ਖੁਸ਼ ਇਸ ਕਰਕੇ ਹੋਇਆ ਕਿ ਮੇਰੀ ਮਨ ਦੀ ਇੱਛਾ ਪੂਰੀ ਹੋ ਗਈ। ਕਿ ਮੈਂ ਸਮਝਦਾ ਸੀ ਵੀ ਗੁਰੂ ਸਾਹਿਬ ਕੋਈ ਝਿੜਕਣ ਨਾ, ਕੋਈ ਇਸ ਤਰ੍ਹਾਂ ਨਾ ਕਹਿਣ, ਪਰ ਗੁਰੂ ਸਾਹਿਬ ਨੇ ਕਹਿ ਦਿੱਤਾ ਵੀ ਅਸੀਂ ਆਪ ਭੇਜ ਦੇਵਾਂਗੇ। ਇਸ ਕਰਕੇ ਖੁਸ਼ ਹੋ ਗਿਆ ਤੇ ਨਮਸਕਾਰ ਕਰਕੇ ਉੱਠ ਪਿਆ। ਆਪਣੇ ਘਰੇ, ਆਪਣੇ ਮਹਿਲਾਂ ਵਿੱਚ, ਆਗਰੇ ਸ਼ਹਿਰ ਵਿੱਚ ਜਿੱਥੇ ਇਹਦੇ ਮਹਿਲ ਸੀ ਉੱਥੇ ਪਹੁੰਚ ਗਿਆ ਤੇ ਉਡੀਕਣ ਲੱਗਾ ਕਿ ਕਿਹੜੇ ਵੇਲੇ ਸ਼ਾਮਾਂ ਪੈਂਦੀਆਂ ਹਨ। ਬਹਾਦਰ ਸ਼ਾਹ ਜਿਸ ਮੌਕੇ ਕਲਗੀਧਰ ਪਾਤਸ਼ਾਹ ਨੂੰ ਨਮਸਕਾਰ ਕਰਕੇ ਆਪਣੇ ਮਹਿਲਾਂ ਵਿੱਚ ਚਲੇ ਗਿਆ, ਉਹਦੇ ਜਾਣ ਤੋਂ ਬਾਅਦ ਭਾਈ ਜਵਾਹਰ ਸਿੰਘ ਦੀ ਪੁੱਤਰੀ ਨੇ ਦੋਵੇਂ ਹੱਥ ਜੋੜੇ, ਬੇਨਤੀ ਕੀਤੀ। ਇਸ ਨੌਜਵਾਨ ਧੀ ਨੇ ਆਖਿਆ, ਸ੍ਰੀ ਪ੍ਰਭੂ ਜੀ, ਸਤਿਗੁਰੂ ਜੀ, ਤੁਸੀਂ ਮੇਰੇ ਨਾਲ ਇਹ ਕੀ ਕੀਤੀ ਹੈ? ਮਹਾਰਾਜ ਆਪ ਜੀ ਦੇ ਸਾਰੇ ਸਿੱਖ ਸੇਵਕ, ਸਾਰੀਆਂ ਸੰਗਤਾਂ ਆਪਣਾ ਧਰਮ ਬਚਾਉਣ ਵਾਸਤੇ ਆਪ ਜੀ ਦਾ ਧਿਆਨ ਧਰਦੀਆਂ, ਆਪਣਾ ਧਰਮ ਬਚਾਉਣ ਵਾਸਤੇ, ਇੱਜ਼ਤ ਪੱਤ ਬਚਾਉਣ ਵਾਸਤੇ ਆਪ ਜੀ ਨੂੰ ਸਿਮਰਦੀਆਂ, ਆਪ ਜੀ ਨੂੰ ਧਿਆਉਂਦੀਆਂ ਸਾਰੀਆਂ ਸੰਗਤਾਂ। ਤੇ ਮਹਾਰਾਜ ਜਿਹੜੇ ਜਿਹੜੇ ਵੀ ਆਪ ਜੀ ਨੂੰ ਧਿਆਉਂਦੇ ਆ, ਆਪ ਜੀ ਨੂੰ ਸਿਮਰਦੇ ਆ, ਤੁਸੀਂ ਆਪਣੇ ਸੇਵਕਾਂ ਨੂੰ ਅਨੇਕਾਂ ਵਿਘਨਾਂ ਤੋਂ ਬਚਾਉਂਦੇ ਹੋ। ਅਨੇਕ ਪ੍ਰਕਾਰ ਦੇ ਵਿਘਨਾਂ ਤੋਂ, ਰੁਕਾਵਟਾਂ ਤੋਂ ਮਹਾਰਾਜ ਤੁਸੀਂ ਬਚਾਉਂਦੇ ਹੋ। ਹੁਣੇ ਭਾਈ ਸਾਹਿਬ ਜੀ ਜਦੋਂ ਕੀਰਤਨ ਦੀ ਸਮਾਪਤੀ ਕੀਤੀ ਤੇ ਆਖਰੀ ਸ਼ਬਦ ਪੜ੍ਹ ਰਹੇ ਸਨ, ਐਥੈ ਉਥੈ ਰਖਵਾਲਾ ਪ੍ਰਭ ਸਤ ਗੁਰ ਦੀਨ ਦਇਆਲਾ। ਵੀ ਇਸ ਥਾਂ ਤੇ ਵੀ ਤੇ ਉੱਥੇ ਵੀ, ਲੋਕ ਤੇ ਪਰਲੋਕ ਵਿੱਚ ਸਤਿਗੁਰੂ ਹੀ ਰਾਖੇ ਆ। ਭਾਈ ਜਵਾਹਰ ਸਿੰਘ ਦੀ ਸੁਪੁੱਤਰੀ ਨੇ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਦੇ ਸਿੱਖ ਸੇਵਕ ਤਾਂ ਆਪਣੇ ਧਰਮ ਨੂੰ ਬਚਾਉਣ ਵਾਸਤੇ ਆਪ ਜੀ ਨੂੰ ਧਿਆਉਂਦੇ ਆ ਤੇ ਤੁਸੀਂ ਆਪਣੇ ਸੇਵਕਾਂ ਨੂੰ ਮਹਾਰਾਜ ਅਨੇਕਾਂ ਵਿਘਨਾਂ ਤੋਂ ਬਚਾਉਂਦੇ ਵੀ ਹੋ। ਤੇ ਮਹਾਰਾਜ ਮੇਰਾ ਧਰਮ ਤੁਸੀਂ ਕਿਉਂ ਨਾਸ਼ ਕਰਨਾ ਚਾਹੁੰਦੇ ਹੋ? ਮੈਨੂੰ ਇਹ ਜੋ ਤੁਰਕ ਬਾਦਸ਼ਾਹ ਬਹਾਦਰ ਸ਼ਾਹ ਹੈ ਉਹਦੇ ਘਰੇ ਕਿਉਂ ਭੇਜਦੇ ਹੋ? ਮੇਰੇ ਧਰਮ ਨੂੰ ਤੁਸੀਂ ਮਹਾਰਾਜ ਆਪ ਕਿਉਂ ਨਾਸ਼ ਕਰ ਰਹੇ ਹੋ? ਮਹਾਰਾਜ ਮੈਂ ਆਪ ਜੀ ਦੀ ਸਿੱਖ ਹਾਂ, ਆਪ ਜੀ ਦੇ ਸਿੱਖ ਦੀ ਬੱਚੀ ਹਾਂ, ਆਪ ਜੀ ਦੀ ਸੇਵਕ ਹਾਂ, ਤੇ ਮਹਾਰਾਜ ਮੇਰਾ ਤੁਸੀਂ ਤੁਰਕ ਦੇ ਨਾਲ ਮੇਲ ਕਰਾ ਕਰਕੇ ਮੇਰੇ ਧਰਮ ਨੂੰ ਕਿਉਂ ਨਾਸ਼ ਕਰ ਰਹੇ ਹੋ? ਮੇਰੇ ਚਿੱਤ ਵਿੱਚ ਬਹੁਤ ਚਿੰਤਾ ਪੈਦਾ ਹੋਈ ਹੈ ਸਤਿਗੁਰੂ ਜੀ। ਮਹਾਰਾਜ ਹੁਣ ਮੇਰੇ ਮਨ ਵਿੱਚ ਇਹ ਚਿੰਤਾ ਹੈ, ਆਪ ਜੀ ਨੇ ਕਿਹਾ ਜਾਣ ਵਾਸਤੇ, ਜੇ ਜਾਨੀ ਆ ਤੇ ਮੇਰਾ ਧਰਮ ਨਾਸ ਹੁੰਦਾ ਹੈ, ਵੱਡੀ ਵਜਰ ਕਰੈਤ ਹੁੰਦੀ ਹੈ ਮੇਰੇ ਕੋਲੋਂ। ਜੇ ਨਹੀਂ ਜਾਂਦੀ ਤੇ ਸਤਿਗੁਰੂ ਜੀ ਆਪ ਜੀ ਦਾ ਬਚਨ ਹੈ, ਗੁਰ ਕੇ ਕਹੇ ਜਾਉ ਕਿ ਨਹੀਂ। ਮਹਾਰਾਜ ਮੈਂ ਤਾਂ ਦੁਚਿੱਤੀ ਵਿੱਚ ਹਾਂ, ਮੇਰੇ ਚਿੱਤ ਵਿੱਚ ਤਾਂ ਚਿੰਤਾ ਪੈਦਾ ਹੋ ਗਈ। ਹੁਣ ਮੈਂ ਆਪ ਜੀ ਦੇ ਕਹੇ ਹੋਏ ਬਚਨਾਂ ਦੇ ਅਨੁਸਾਰ ਜਾਵਾਂ ਕਿ ਨਾ ਜਾਵਾਂ? ਜੇ ਜਾਨੀ ਆ ਤੇ ਵਜਰ ਕਰੈਤ ਹੈ, ਜੇ ਨਹੀਂ ਜਾਂਦੀ ਤੇ ਆਪ ਜੀ ਦਾ ਬਚਨ ਨਹੀਂ ਮੰਨਦੀ ਹਾਂ।
महाराज हुण दोवें पासे मेरे सिर ते तां वड्डा दोष हो जावेगा। जे जावांगी तां मेरा धर्म नाश हो जावेगा, सिੱਖੀ धर्म। जे नहीं जाती तो सतगुरु जी आप जी का वचन त्यागया जाता है। इस करके मेरे सिर ते तां वड्डा दोष है। जे चले जावांगी तो मेरा धर्म समाप्त हो जावेगा। इस नौजवान पुत्री तो सुन करके ये बेनती सतगुरु जी प्रसन्न होए। कलगीधर पातशाह महाराज खुश होए। महाराज कहन लगे बच गए, शाबाश शाबाश, क्योंकि गरीब नवाज परखदे आ, अपने सिखां सेवकां नूं परखदे आ भी ये अमृतधारी आ, सिख है साडा, इहदा मन कित्थे क खलोता होया, कि दृढ़ता है कि नहीं, कि सिੱਖੀ विच किन्नी क प्रपक्ता है। तो महाराज साहब जी ने सिख बच्ची नूं परखिया, गरीब नवाज साहब जी ने, कि भला ये जाण नूं तैयार है कि नहीं तैयार। महाराज मौज दे मालिक सतगुरु गरीब नवाज समय समय ते अपने सिखां नूं कई वारी परखिया गुरु साहब जी ने। ते हुण जदों वेखिया भी ऐ कल्ला बाणा ही नहीं पहिनिया होया, ये तैयार बर तैयार भी है, हिरदे विच भी इहदे दृढ़ता प्रेम है। फिर महाराज ने आख्या पुत्रिए शाबाश शाबाश, ऐसा बचन कीता। महाराज कहन लगे भी हुण जाना तो तैनूं पैना वा, एक बार साडे कहे होए बचन मन करके तू एक बारी बहादुर शाह दे सामने जा, पर तेरे धर्म नूं कुछ नहीं होवेगा, तेरे धर्म दे राखे असीं हां, तेरी राखी असीं करांगे। बहादुर शाह अपना एक आदमी छड्ड के गया सी उत्थे भी तू लै आवीं नाल, एक सिपाही नूं छड्ड करके गया सी। एक वो सिपाही बहादुर शाह दा सी ते एक इधरों महाराज ने अपना सिख दे दिता नाल, उस सिख नूं सारा समझा दिता, सिख नूं नाल दे दिता। तो इस प्रकार एक पासे वो सिपाही है बहादुर शाह दा, एक पासे गुरु का सिख है, दोनों दे विचकार महाराज ने आख्या जा धीए तेरे राखे असीं हां। तां गरीब नवाज साहब जी ने फिर तोरिया ते दोनों दे विचकार हो करके चली है भाई जवाहर सिंह दी धी। गुरु साहब जी दे बचनां तो टली नहीं, इधर उधर नहीं हुई, महाराज दा बचन मन्निया, भरोसा गुरु साहब दे बचनां ते, दृढ़ता गुरु साहब दे बोलां दे उत्ते। अगे कहंदे अपने महलां विच बैठा होया बहादुर शाह उडीक रिहा सी, इन्ना काम दे विच गुलतान होया जिवें कहंदे किसे दे जख्म लगा होवे ना, फट लगा होवे ते जिवें वो दुखी हुंदा वा, इस तरह जाणो ओहदे सट लगी होई सी, जिवें जख्म होया जिवें पीड़ित हुंदा वा, इस तरह पीड़ित हो रहा सी, काम दा मारिया होया। जदों दूरों वेखी ना सामने ओ नौजवान लड़की आ रही है, ते दोवां पासे वेख्या की आ भी के हर दो। हुण दोवें पासे जिहड़े दोवें जा रहे ना, वो बहादुर शाह नूं दो शेर दिसे, एक उहदा सिपाही सी ते एक महाराज साहब जी दा सिंह सी। विचकार जा रही है भाई जवाहर सिंह दी धी, वो दोवें जाने जिहड़े आ वो बहादुर शाह नूं सामने बैठे होए आ, दो शेर दिसे। ते ये जिहड़ी नौजवान लड़की आ ये इस तरह दिसी भी दोवां शेरां दे कन्न फड़ के तुरी आउंदी है, दो शेर फड़े हुए अपने हत्थां च ते दोवां शेरां दे कन्न फड़े हुए आ ते इस तरह तुरी आ रही है। ते बहादुर शाह वेखदियां ही भै पै गया, उहनूं डर पै गया, डरन लग पिया भी ये ते बड़ी तगड़ी बला ही आ, ये ते शेरां नूं कन्नों फड़ के तुरी आउंदी है ते मैं इहदे सामने की आ, मैनू तो मार देवेगी ये। जिन्हें दो शेर कन्ना फड़े हुए है तो शेर भी नाल ही लई आउंदी है, किड्डी तकड़ी है, किड्डी बहादुर है। ये सारी कला ते वरताई कलगियां वाले पातशाह ने,
सारी खेड महाराज साहब जी ने रची है। बहादुर शाह ने वेखदियां सोचन लगा भी ये तो वड्डी जालम है, बहुत वड्डी जालम इस्तरी ये वेखी है। ये तो दो शेर फड़ के तुरी आउंदी है ते शेरां तो ही ना मरवा दवे मैनू। जदों मेरे नेड़े आ पहुंची ये मैनू मार देवेगी। जिवें जिवें नेड़े आउंदी जांदी आ उवें उवें बहादुर शाह दा डर वधी जांदा, वो डर धारी जाता है। अपने सिपाहियां नूं हत्थां दे इशारे ही करदा वा, डरिया होया कहंदा है, कहंदा भी छेती जाओ, आ जिहड़ी लड़की आ रही इहनूं पिछां ही लै जाओ, मेरे तੀਕਣਾ आउण दे, इहनूं पिछां ही भेज दिओ गुरु साहिब दे पास ही, मेरे कोले ना आ जावे। ये मैं जानिया ये बहुत भयानक स्त्री है, बहुत ही क्रूर है, करड़े सुभाव वाली जानी है। उस वेले जिहड़े वो बादशाह दे दूत आ अते दोवें जो सिख हन, उस वेले कहिंदे भी बादशाह दे इशारे नूं समझ करके जिस वेले आख्या ना भी इनू पिछां ही लै जाओ, पिछां ही अपने सिपाहियां नूं आख्या, उन्होंने आख दिता अगे जाके इशारा समझ के छेती दे नाल पिछे हटा दिती, फिर भी अगे नहीं तू जाना, इत्थों ही वापस चले जा। बस छेती ही फिर पहुंच गई गुरु साहिब जी के पास। उत्थे बाग दे विच भाई जवाहर सिंह दी पुत्री फिर कहंदी है, धन श्री गुरु गोबिंद सिंह जी महाराज, धन दशमेश पातशाह, धन कलगियां वाले पातशाह, धन धन कह के सतगुरां दे चरनी पै गई, नमस्कार कर दी है। महाराज वड्डे वज्र पाप तो, वज्र क्रह तो मेरी आप जी ने रखिया कीती है। फिर कलगीधर पातशाह जी की आग्ञा ले करके अपने घर नूं चले गई। फिर जिथे किथे इस भाई जवाहर सिंह दी धी ने कलगीधर पातशाही की महिमा गाई, जिथे किथे दसिया भी सतगुरु जी ने इस तरह मेरी इज्जत बचाई, इस तरह मेरी लाज पत रखी है, इस तरह मेरा जत सत रखिया, सतगुरु जी ने अपनी मेहर करके वड्डे पाप तो मेरी राखी की कि ऐसे मेरे सतगुरु सर्व कला समर्थ हैं। तो महाराज साहब जी साध संगत जी अपने सिखां सेवकां की परख भी करते हैं। गरीब नवाज साहब बहादुर शाह की भी परख हो गई नाल ही, तो इस तरह महाराज साहब जी ने रखिया भी की नाल, जिवें भाई जोगा सिंह की परख भी की सी ते रखिया भी की सी। महाराज साहब आनंदपुर साहब आया सी पिशौर दे विचों संगत दे नाल, परिवार दे नाल, ये बच्चा, ते महाराज साहब जी ने पूछया काका तेरा नां की? कहन लगा महाराज सतगुरु जी मेरा नां जोगा सिंह। ते सतगुरां ने सुभाव की आख्या? कहन लगे जोगा सिंह किहदे जोगा? इन्हें प्रेम विच कह दिता महाराज मैं सतगुरु जोगा, आप जी जोगा। ते गरीब नवाज कहंदे जे जोगा सिंह साडे जोगा ते फिर सतगुरु जोगे सिंह जोगा। ये महाराज साहब जी का धर्म है, बिरद है, जिहड़ा गुरु जोगा बन जाता है सतगुरु उहदे जोगे बन ही जाते। साडे तो बनिया ही नहीं जाता गुरु जोगे। भाई गुरदास साहब जी ने आख्या कि सिख बने तो सही गुरु जोगा, एक कदम पुट्टे तो सही सतगुरु वाल नूं, सतगुरु करोड़ां कदम पुट्टदे। भाई साहब जी के बचन चरण सरन गुर एक पैंडा जाए चल, सतगुर कोट पैंडा आगे कोई लेत नहीं। चरण सरन गुर एक पैंडा जाए चल, चरण सरन गुर एक पैंडा जाए चल।
सतगुर कोट पैंदा आगे होए लेत है। सतगुर कोट पैंदा आगे होए लेत है। जे कोई एक कदम भी सतगुरु वाले पुटदा सतगुरु करोड़ां पुटदे। जो शरण आवे तिस कंठ लावे हो बिरद स्वामी संदा। कई साल आनंदपुर साहिब रहा भाई जोगा सिंह। फिर माता पिता बेनती करके लैके गए महाराज का विआह करना। सतगुरु कहते कर लो ले जाओ। पर जो लै गए महाराज साहब जी ने फिर परखिया भाई जोगा सिंह। उधर विआह का समा इदों महाराज ने हुक्मनामा भेजिया कि जिहड़ा भी कारज करदा वा ना जदों ये साडी आग्या पहुंची उस वेले आ जाना आनंदपुर साहिब वाल। तां विआह के मौके दे उत्ते विआह कराउंदियां होइयां उस वेले ही फिर महाराज साहब जी ने पत्रिका पढ़ के हुक्मनामा पढ़ के ते भाई जोगा सिंह चल पिया पिशौर तो। ते राह विच माण भी बड़ा आया कि मेरे वर्गा भी कोई सिख होगा। कि विआह कराउंदियां सारी उस वेले ही मैं आनंदपुर साहिब नूं चल पिया, घर नूं नहीं गया। कि मेरे मन च बहुता प्रेम आ गुरु साहिब जी का, मैं गुरु की आग्या जादी मनण वाला हाँ। बस जदों घमंड आया नहीं तो उस वेले सतगुरु साहिब जी तोड़ भी देंदे नालों नाल ही। जदों हंकार होवे कि मेरे वर्गा नहीं तो सतगुरु दस देंदे फिर नाल ही। गरीब नवाज ने फरमाया ना हरजू अहंकार ना भावई वेद कूक सुनावे। परमेश्वर नूं हंकार नहीं पाउंदा, सतगुरां नूं हंकार नहीं पाउंदा। रस्ते विच बड़ा मान आया भी मेरे वर्गा किहड़ा सिख होना। जदों हुशियारपुर आया तो उत्थे रात ठहरना सी तो मन की अवस्था बदल गई, अंदर काम का फुरना पैदा हो गया तो फिर चवारे नूं जान लग पिया वेसवा दे घर वाल। फिर हुण महाराज ने बचन किया सी भी जोगा सिंघा तू गुरु जोगा ते फिर सतगुरु तेरे जोगा। फिर महाराज ने बरछा फड़ के सारी रात पहरा दिता वेसवा के दरवाजे ते खलो के। 10वें पातशाह गरीब नवाज साहब जी ने निहंग सिंह खलोता उत्थे बरछा फड़ के। जदों यह आउंदा वा अगे वेख के सिंह नूं आपे पिछां मुड़ जांदा। कई गेड़े मारे रात, इन्ने चिर नूं अमृत वेला हो गया, 2:30-3 का समा हो गया। जदों उदों आया तो सिंह ने अगों 10वें पातशाही सी सिंह के रूप विच। महाराज कहंदे हो तू लगदा ते सिंह आ गुरु दा, ते सिंह इस वेले इशनान करके बाणी पढ़दे हुंदे, तू किधर नूं मूँह चुकिया, तू किहड़े पासे नूं गेड़े कड्ढी जाना। फिर वो जिहड़ा नशा जिहा चढ़िया सी ना वकारां दा उतरिया, होश जी आई, वो तुहाडा भला हो जाए, मैं तो सिंह आ गुरु दा, मेरा तो राह ही नहीं है। फिर इशनान करदा बाणी पढ़दा फिर आनंदपुर साहिब नूं तुर पैंदा। जदों जाके नमस्कार कीती ना तो महाराज दे नेत्र लाल, मत्था टेक के कहंदा महाराज आए अखां बड़ियां लाल तुहाडियां, नेत्र बड़े लाल। ते सतगुरु कहंदे सारी रात तूं उत्थे वेसवा दे बूहे अगे खिलार छड्डिया सानू, सारी रात तेरा पहरा देंदे रहे हैं, तेरी रखिया करते रहे। इहो जे मारे कहंदे सिंह हुंदे आ, तू किधर नूं तुर पिया। फिर महाराज के चरनां ते ढह पिया, फिर मत्था टेकिया, माफ़ी मंगी भी सतगुरु भुल गया मैं, माफ़ी दो। तो गरीब नवाज साहब जी परख भी करते अपने सिंघां ते राखी भी करते जिहड़ा गुरु का बन जाता। जदों खालसे की साजना की ना तो महाराज साहब जी ने आखिया 5 प्यारियां, गरीब नवाज कहन लगे प्यारे दया सिंह जी कुछ मंगो दईए। प्यारे दया सिंह जी ने बेनती की भी सतगुरु श्री गुरु गोबिंद सिंह जी महाराज कृपा करो
वचन दिओ कि खालसे सदा अंग संग रहोगे, खालसे दे सदा अंग संग सहाई होवोगे। फिर महाराज साहब जी ने उस वेले वचन किया प्यारे दया सिंह जी के नाल। गरीब नवाज कहन लगे भी जिहड़ा अमृत वेले उठ के रोज़ गुरबाणी का रस चखेगा, पंजां ककारां दी रहत विच रवेगा, ते ऐसे ਸਿੰਘਾਂ दे मैं सदा ही अंग संग रवांगा। जिहड़ा रहत विच पक्का रवेगा ते गुरबाणी दा रोज़ दा नितनेमी होवेगा, ਉਹਦੇ मैं सदा ही अंग संग होवां। ये वचन कीते गरीब नवाज साहब जी। तो सतगुरु गरीब नवाज साहब जी परखदे भी आ ते अपने प्यारिਆਂ ਦੀ राखी भी करदे। भाई जवाहर सिंह दी पुत्री वो अपने घरे जाती है, महाराज साहब जी की महिमा जिथे किथे दसदी है कि कलगीधर पातशाह मेरे सतगुरु सर्व कला समर्थ, इस तरह मेरी लाजपत रखी, इस तरह गरीब नवाज साहब जी ने कृपा की है। सोहने बाग दे विच सतगुरु जी स्थित हन। महाराज का पड़ा लगा होया आगरे की धरती ते। अनेक प्रकार के आनंद के नाल महाराज कौतक करते, बचन विलास करते हन। उन्हां दिनां दे विच ना पुष्कर शहर विच जोड़ मेला आ गया साध संगत। हिंदू धर्म दे वो पुष्कर इशनान का जो जोड़ मेला है उन्हां दा। पुष्कर शहर दे विच कई मंदिर हैं ते ब्रह्मा जी का मंदिर भी उत्थे है। तां सारे सनातन मत का भाईचारा उत्थे पुष्कर इशनान करन वास्ते लोग बहुत इकट्ठे हो करके आगरे तो गए। वो जिहड़ा महाराज का श्रद्धालु सी ना खान खाना, वो बहादुर शाह के पास गया है उस मौके पर, जदों लोग आगरे के इकट्ठे हो करके पुष्कर इशनान करन वास्ते गए। जाके कहते भी सलामालेकुम कीती आ ते फिर स्थित हो गया है, खलो गया है बहादुर शाह के सामने। बहादुर शाह ने खान खाने नूं पुछना कीता कि हे खान खाना, अपनी फौज के बहुते लोग जिहड़े आ, बहुते सिपाही वो मेरे तो आग्या लै लैके गए हैं। वो कहते भी असी पुष्कर तीर्थ ते जाके इशनान करना, ते तीर्थ दा मज्जन इशनान करन वास्ते गए हैं। ये खान खाना तू मैनू ये गल दस कि सतगुरु श्री गुरु गोबिंद सिंह जी भी गए आ पुष्कर के नहीं गए हैं? हाँ भी जे सतगुरु जी उधर महाराज साहब के चित्त विच चाहना है गए या जां नहीं गए, ये मैनू तू आके दस। खान खाना कहन लगा भी मैं वेख के आया हाँ, गुरु जी तो नहीं गए पुष्कर तीर्थ ते, गुरु जी तो इत्थे आगरे दे विच ही अपने डेरे च हन। पर बादशाह मैं आप जी की तरफों, आप जी की दिशा वालों जाके मैं सुनाउंदा हाँ सतगुरु जी नूं। जिवें सतगुरु जी का मनोरथ होवेगा मन का, जो फुरना होवेगा वो आके मैं बादशाह सलामत आप जी नूं दस देवांगा। इस तरह बहादुर शाह नूं कह करके खान खाना दशमेश पातशाही दे पास बाग दे विच पहुंचिया है। बहादुर शाह बादशाह दा क्या होया सारा ही बोल कलगीधर पातशाह जी नूं आके सुनाया। मालिक श्री गुरु गोबिंद सिंह जी ने सुभाईमान कंठ तो फिर कहना कीता। महाराज कहन लगे वो पुष्कर राज का जिहड़ा तीर्थ है ना, वो तो हिंदू धर्म का तीर्थ है। ये खान खाना उत्थे साडा की काम है जान दा, साडा उत्थे की संबंध है, साडा जान दा की काम है।
ਤਾਂ ਇਹ ਗੱਲ ਸੁਣ ਕਰਕੇ ਮਹਾਰਾਜ ਸਾਹਿਬ ਜੀ ਦੀ ਖਾਨਖਾਨਾ ਫੇਰ ਬਹਾਦਰ ਸ਼ਾਹ ਦੇ ਕੋਲੇ ਗਿਆ ਦੱਸਣ ਵਾਸਤੇ। ਗੁਰੂ ਸਾਹਿਬ ਜੀ ਦੀ ਕਹੀ ਹੋਈ ਗੱਲ ਸਾਰੀ ਜਾ ਕੇ ਸੁਣਾ ਦਿੱਤੀ ਖਾਨਖਾਨੇ ਨੇ। ਤੇ ਉਸ ਮੌਕੇ ਤੇ ਬਹਾਦਰ ਸ਼ਾਹ ਦੇ ਮਨ ਵਿੱਚ ਸ਼ੱਕ ਜਿਹਾ ਪੈਦਾ ਹੋ ਗਿਆ ਤੇ ਉਹ ਆਪਣੇ ਮਨ ਦਾ ਜਿਹੜਾ ਸ਼ੱਕ ਸੀ ਨਾ ਉਹ ਦੂਰ ਕਰਨ ਵਾਸਤੇ ਅਗਲੇ ਦਿਨ ਆਪਣੇ ਸਿਪਾਹੀ ਭੇਜ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਕਿਰਪਾ ਕਰੋ ਸਭਾ ਵਿੱਚ ਆ ਕੇ ਦਰਸ਼ਨ ਦਿਓ ਜੀ। ਸਤਿਗੁਰੂ ਜੀ ਨੂੰ ਆਪਣੇ ਪਾਸ ਬੁਲਾ ਲਿਆ। ਉੱਚੇ ਥਾਂ ਤੇ ਮਹਾਰਾਜ ਸਾਹਿਬ ਦੇ ਬੈਠਣ ਵਾਸਤੇ ਚੰਦਨ ਦੀ ਚੌਂਕੀ ਵਿਛਾ ਦਿੱਤੀ, ਢਾਹ ਦਿੱਤੀ। ਬੇਨਤੀ ਕਰਕੇ ਚੰਦਨ ਦੀ ਚੌਂਕੀ ਤੇ ਦਸ਼ਮੇਸ਼ ਪਾਤਸ਼ਾਹ ਜੀ ਨੂੰ ਬਹਾਦਰ ਸ਼ਾਹ ਨੇ ਬਿਠਾਇਆ ਹੈ। ਨਮਸਕਾਰ ਕੀਤੇ ਸਤਿਗੁਰੂ ਜੀ ਨੂੰ, ਫਿਰ ਪ੍ਰਸੰਗ ਤੋਰ ਲਿਆ, ਗੱਲਬਾਤ ਸ਼ੁਰੂ ਕਰ ਲਈ। ਮਹਾਰਾਜ ਦੋ ਰਾਹ ਵਾਏ, ਖੁਦਾ ਦੇ ਘਰ ਦੇ ਦੋ ਰਸਤੇ ਹਨ, ਇੱਕ ਮੁਸਲਮਾਨਾਂ ਵਾਲਾ, ਇੱਕ ਹਿੰਦੂਆਂ ਵਾਲਾ ਹੈ। ਇੱਕ ਇਸਲਾਮ ਧਰਮ ਦਾ, ਇੱਕ ਸਨਾਤਨ ਮਤ ਵਾਲਾ ਹੈ। ਇਹਨਾਂ ਦੋਹਾਂ ਰਸਤਿਆਂ ਚੋਂ ਮਹਾਰਾਜ ਤੁਹਾਨੂੰ ਕਿਹੜਾ ਭਾਉਂਦਾ ਹੈ? ਆਪ ਜੀ ਨੂੰ ਕਿਹੜਾ ਚੰਗਾ ਲੱਗਦਾ ਹੈ? ਇਹ ਇਸਲਾਮ ਧਰਮ ਚੰਗਾ ਲੱਗਦਾ ਹੈ ਕਿ ਹਿੰਦੂ ਧਰਮ ਚੰਗਾ ਲੱਗਦਾ ਹੈ? ਇਹ ਬਹਾਦਰ ਸ਼ਾਹ ਪੁੱਛ ਰਿਹਾ ਹੈ ਸਤਿਗੁਰੂ ਜੀ ਨੂੰ। ਮਹਾਰਾਜ ਦੋਵੇਂ ਰਾਹ ਵਾ, ਇਹਨਾਂ ਦੋਹਾਂ ਰਸਤਿਆਂ ਵਿੱਚੋਂ ਆਪ ਜੀ ਨੂੰ ਕਿਹੜਾ ਭਾਉਂਦਾ ਹੈ? ਮਹਾਰਾਜ ਕਿਹੜੇ ਰਸਤੇ ਤੇ ਤੁਸੀਂ ਆਪਣਾ ਨਿਸ਼ਚਾ ਰੱਖਦੇ ਹੋ? ਮਹਾਰਾਜ ਹਿੰਦੂ ਧਰਮ ਦੇ ਉੱਤੇ ਤੁਹਾਡਾ ਨਿਸ਼ਚਾ ਹੈ ਕਿ ਇਸਲਾਮ ਧਰਮ ਦੇ ਉੱਤੇ? ਇਹ ਆਪ ਜੀ ਦੱਸੋ। ਮਾਲਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਹਾਦਰ ਸ਼ਾਹ ਦਾ ਇਹ ਸਵਾਲ, ਇਹ ਬੇਨਤੀ ਸੁਣ ਕੇ ਫਿਰ ਫਰਮਾਇਆ ਹੈ ਬਚਨ। ਮਹਾਰਾਜ ਕਹਿੰਦੇ ਜਿਸ ਤਰ੍ਹਾਂ ਹਿੰਦੂ ਤੇ ਮੁਸਲਮਾਨ ਚੱਲਦੇ ਹਨ, ਅਸੀਂ ਤਾਂ ਦੋਨਾਂ ਦੇ ਖੈਰ ਖਾਹ ਹਾਂ, ਵੀ ਅਸੀਂ ਤੇ ਦੋਨਾਂ ਦੀ ਸੁੱਖ ਮੰਗਦੇ ਹਾਂ, ਦੋਨਾਂ ਦੀ ਭਾਵ ਕਿਉਂਕਿ ਗੁਰੂ ਘਰ ਦਾ ਸਿਧਾਂਤ ਵਾ ਦੋਨਾਂ ਦੀ ਕਿ ਸਾਰੀ ਸ੍ਰਿਸ਼ਟੀ ਦਾ ਮਹਾਰਾਜ ਤਾਂ ਭਲਾ ਮੰਗਦੇ। ਤੇ ਸਤਿਗੁਰੂ ਜੀ ਨੇ ਇਹ ਸਿਧਾਂਤ ਦਿੱਤਾ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਖੈਰ ਸੁੱਖ ਨੂੰ ਕਹਿੰਦੇ ਨਾ ਖੈਰ ਹੋਵੇ, ਖੈਰ ਸੁੱਖ ਹੋਵੇ। ਤੋ ਇਸ ਪ੍ਰਕਾਰ ਗਰੀਬ ਨਵਾਜ ਕਹਿੰਦੇ ਅਸੀਂ ਤਾਂ ਦੋਨਾਂ ਦੇ ਸੁੱਖ ਭਾਲਦੇ ਹਾਂ, ਵੀ ਦੋਨੇ ਹੀ ਸੁਖੀ ਵਸਣ, ਦੋਨੇ ਹੀ ਹਿੰਦੂ ਵੀ ਮੁਸਲਮਾਨ ਵੀ, ਭਾਵ ਸਾਰੇ ਹੀ ਸਰਬੱਤ ਦਾ ਭਲਾ ਹੋਵੇ। ਪਰ ਜਿਸ ਤਰ੍ਹਾਂ ਦਾ ਅਸੀਂ ਜਗਿਆਸੂ ਵੇਖਦੇ ਹਾਂ, ਜੋ ਹਿੱਤ ਵਾਲਾ ਵੇਖਦੇ ਹਾਂ, ਉਹਨੂੰ ਉਪਦੇਸ਼ ਦਿੰਦੇ ਹਾਂ। ਫਿਰ ਬਹਾਦਰ ਸ਼ਾਹ ਨੇ ਇਹ ਗੱਲ ਕਹੀ, ਕਿਉਂਕਿ ਪਹਿਲਾਂ ਤੇ ਉਂਝ ਹੀ ਮਹਾਰਾਜ ਨੂੰ ਪਰਖਣਾ ਜਿਹਾ ਚਾਹੁੰਦਾ ਨਾ ਵੀ ਗੁਰੂ ਸਾਹਿਬ ਜੀ ਕਿੱਥੇ ਆ, ਮਹਾਰਾਜ ਦੇ ਬਚਨ ਕੀ ਆ। ਆਪਦਾ ਨਿਸ਼ਚਾ ਤੇ ਵੱਖਰਾ ਹੀ ਆ ਬਹਾਦਰ ਸ਼ਾਹ ਦਾ। ਫਿਰ ਉਹਨੇ ਆਖਿਆ, ਪਹਿਲਾਂ ਮਹਾਰਾਜ ਸਾਹਿਬ ਜੀ ਨੇ ਬਚਨ ਕਹਿ ਦਿੱਤਾ ਨਾ ਵੀ ਅਸੀਂ ਦੋਨਾਂ ਦੇ ਭਾਵ ਸਾਂਝੇ ਆ, ਵੀ ਅਸੀਂ ਤੇ ਸਰਬੱਤ ਦੇ ਸਾਂਝੇ ਆ ਤੇ ਸਾਰਿਆਂ ਦੀ ਸੁੱਖ ਭਾਲਦੇ ਆ, ਸਰਬੱਤ ਦਾ ਭਲਾ। ਇਹ ਸਿਰਫ ਮਹਾਰਾਜ ਨੇ ਇਹ ਕਹਿਣ ਮਾਤਰ ਹੀ ਨਹੀਂ ਕਿਹਾ, ਗੁਰੂ ਸਾਹਿਬ ਜੀ ਨੇ ਸੁੱਖ ਮੰਗੀ ਵੀ ਆ ਸਰਬੱਤ ਦੀ, ਤੇ ਸਰਬੱਤ ਨੂੰ ਸੁਖੀ ਰੱਖਣ ਵਾਸਤੇ ਆਪਣਾ ਪਰਿਵਾਰ ਵੀ ਕੁਰਬਾਨ ਕੀਤਾ। ਵੇਖੋ ਤਿਲਕ ਜੰਨੂ ਬਚਾਉਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਆਪਣੇ ਪਿਤਾ ਜੀ ਨੂੰ ਕੁਰਬਾਨ ਕੀਤਾ ਵੀ ਆ, ਤੇ ਆਪਣੀ ਰਸਨਾ ਤੋਂ ਇਹ ਬਚਨ ਉਚਾਰਨ ਕਰਕੇ ਆਪਣੀ ਕਲਮ ਨਾਲ ਲਿਖੇ ਵੀ ਆ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ, ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਬਹਾਦਰ ਸ਼ਾਹ ਕਹਿਣ ਲੱਗਾ ਮਹਾਰਾਜ ਖੁਦਾ ਤੇ ਇੱਕ ਹੀ ਆ ਨਾ, ਖੁਦਾਏ ਏਕ ਏਕ ਹੀ ਮਾਨਾ, ਤੇ ਇੱਕੋ ਹੀ ਮਹਾਰਾਜ ਈਮਾਨ ਹੈ, ਧਰਮ ਵੀ ਇੱਕ ਹੀ ਹੈ। ਪਹਿਲਾਂ ਕਹਿੰਦਾ ਸੀ ਦੋ ਰਸਤੇ ਆ, ਹੁਣ ਕਹਿੰਦਾ ਮਹਾਰਾਜ ਖੁਦਾ ਤੇ ਇੱਕ ਹੀ ਆ ਤੇ ਧਰਮ ਵੀ ਇੱਕ ਹੀ ਹੈ। ਤੇ ਮਹਾਰਾਜ ਕਿਸ ਦੀ ਤਰਫ ਆਪ ਜੀ ਦਾ ਹਿਰਦਾ ਹੈ? ਇਹ ਆਪ ਕਿਰਪਾ ਕਰਕੇ ਸਾਰਾ ਨਿਰਣੇ ਸਹਿਤ ਉਚਾਰੋ ਜੀ, ਨਿਰਣਾ ਕਰਕੇ ਦੱਸੋ। ਮਹਾਰਾਜ ਮੁਸਕਰਾ ਪਏ ਗਰੀਬ ਨਵਾਜ ਸਾਹਿਬ, ਕਿਉਂਕਿ ਸਤਿਗੁਰੂ ਜਾਣਦੇ ਆ
ਦਿਲਾਂ ਦੀਆਂ ਵੀ ਪਹਿਲਾਂ ਦੋ ਰਸਤੇ ਕਹਿੰਦਾ ਵਾ, ਹੁਣ ਕਹਿੰਦਾ ਇੱਕੋ ਹੀ ਆ, ਖੁਦਾ ਇੱਕ ਆ। ਤਾਂ ਇਹਦੀ ਇਹ ਸਾਰੀ ਗੱਲ ਸੁਣ ਕਰਕੇ ਵੀ ਅੰਦਰ ਕੁਝ ਹੋਰ ਆ, ਮੂੰਹ ਤੋਂ ਕੁਝ ਹੋਰ ਬੋਲਦਾ, ਵੀ ਸਾਡੀ ਪਰਖ ਜੀ ਕਰਦਾ, ਤਾਂ ਫਿਰ ਮੁਸਕਰਾ ਪਏ ਸਤਿਗੁਰੂ ਕਲਗੀਧਰ ਪਾਤਸ਼ਾਹ। ਸਤਿਗੁਰੂ ਕਹਿੰਦੇ ਬਹਾਦਰ ਸ਼ਾਹ ਖੁਦਾ ਇੱਕ ਨਹੀਂ, ਖੁਦਾ ਤਿੰਨ ਵਾ। ਜਿਹੋ ਜਿਹਾ ਸਵਾਲ ਕਰਨ ਵਾਲਾ ਹੋਵੇ ਉਹੋ ਜਿਹਾ ਉੱਤਰ ਦਿੱਤਾ ਜਾਂਦਾ ਵਾ, ਫਿਰ ਉਹਦੀ ਤਸੱਲੀ ਹੁੰਦੀ ਹੈ। ਮਹਾਰਾਜ ਸਾਹਿਬ ਜੀ ਨੇ ਆਖਿਆ ਬਹਾਦਰ ਸ਼ਾਹ ਖੁਦਾ ਇੱਕ ਨਹੀਂ ਹੈ, ਖੁਦਾ ਤਿੰਨ ਹਨ। ਬਹਾਦਰ ਸ਼ਾਹ ਹੈਰਾਨ ਜਿਹਾ ਹੋ ਗਿਆ ਵੀ ਖੁਦਾ ਤਿੰਨ ਮਹਾਰਾਜ, ਇਹ ਕੀ ਗੱਲ ਤੁਸੀਂ ਆਖੀ, ਖੁਦਾ ਤੇ ਇੱਕੋ ਹੀ ਆ। ਤੇ ਫਿਰ ਕਹਿਣ ਲੱਗਾ ਬਹਾਦਰ ਸ਼ਾਹ, ਮਹਾਰਾਜ ਦਾਨੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਦੇ, ਤੁਸੀਂ ਤਾਂ ਦਾਨੇ ਹੋ, ਤੁਸੀਂ ਤਾਂ ਸਿਆਣੇ ਹੋ। ਸਤਿਗੁਰੂ ਖੁਦਾ ਤੇ ਇੱਕ ਹੀ ਹੈ, ਤੁਸੀਂ ਖੁਦਾ ਤਿੰਨ ਕਹਿ ਰਹੇ ਹੋ। ਮਹਾਰਾਜ ਮੈਂ ਤਾਂ ਅੱਜ ਤੱਕ ਸਾਰਿਆਂ ਤੋਂ ਸੁਣਿਆ, ਸਾਰੇ ਇਹ ਗੱਲ ਹੀ ਕਹਿੰਦੇ ਵੀ ਖੁਦਾ ਇੱਕ ਹੈ, ਖੁਦਾ ਇੱਕ ਹੈ। ਤੁਸੀਂ ਕਹਿ ਦਿੱਤਾ ਖੁਦਾ ਤਿੰਨ ਹਨ। ਮਹਾਰਾਜ ਵੇਦਾਂ ਵਿੱਚ, ਕੁਰਾਨਾਂ ਵਿੱਚ, ਕਿਤਾਬਾਂ ਵਿੱਚ ਸਭ ਥਾਵਾਂ ਤੇ ਇੱਕ ਖੁਦਾ ਹੀ ਕਥਨ ਕੀਤਾ ਹੈ। ਫਿਰ ਮਹਾਰਾਜ ਸਾਹਿਬ ਜੀ ਨੇ ਸੁਣ ਕਰਕੇ ਬਹਾਦਰ ਸ਼ਾਹ ਦੀ ਇਹ ਗੱਲਬਾਤ ਸਮਝਾਇਆ ਹੈ। ਮਹਾਰਾਜ ਕਹਿੰਦੇ ਅਸਲ ਵਿੱਚ ਬਹਾਦਰ ਸ਼ਾਹ ਖੁਦਾ ਤੇ ਇੱਕ ਹੀ ਆ, ਈਮਾਨ ਨੇ ਧਰਮ ਨੇ ਵੀ ਇੱਕ ਹੀ ਕਥਨ ਕੀਤਾ ਹੈ, ਪਰ ਤੁਸੀਂ ਖੁਦਾ ਤਿੰਨ ਬਣਾ ਦਿੱਤੇ। ਖੁਦਾ ਇੱਕ ਹੀ ਆ, ਤੁਸੀਂ ਬਣਾ ਦਿੱਤੇ ਤਿੰਨ। ਤੋ ਗਰੀਬ ਨਵਾਜ ਸਾਹਿਬ ਜੀ ਕਹਿੰਦੇ ਹੋਏ ਤੁਰਕ ਜੋ ਤੁਮ ਹੋ ਅਗਾਰੇ, ਜਿਹੜਾ ਮੁਸਲਮਾਨ ਤੁਹਾਡੇ ਸਾਹਮਣੇ ਹੋਵੇ, ਤੁਹਾਡੇ ਸਾਹਮਣੇ ਤੁਹਾਡੇ ਹੀ ਭਾਈਚਾਰੇ ਵਿੱਚੋਂ ਕੋਈ ਮੁਸਲਮਾਨ ਉਹ ਆਪਣੀ ਰਸਨਾ ਤੋਂ ਰਾਮ ਰਾਮ ਕਹਿਣ ਲੱਗ ਪਵੇ, ਨਾਰਾਇਣ ਨਾਰਾਇਣ ਕਹਿਣ ਲੱਗ ਪਵੇ, ਤੇ ਤੁਸੀਂ ਬੁਰਾ ਮੰਨ ਕਰਕੇ ਉਹਨੂੰ ਵਰਜ ਦਿੰਦੇ ਹੋ ਵੀ ਰਾਮ ਨਹੀਂ ਕਹਿਣਾ, ਨਾਰਾਇਣ ਨਹੀਂ ਕਹਿਣਾ, ਉਸ ਨੂੰ ਵਰਜ ਦਿੰਦੇ ਹੋ। ਬਣ ਗਏ ਨਾ ਦੋ, ਵੀ ਉਹ ਮੁਸਲਮਾਨ ਹੋ ਕਰਕੇ ਜੇ ਰਾਮ ਕਹਿੰਦਾ ਹੈ, ਜੇ ਨਾਰਾਇਣ ਕਹਿੰਦਾ ਹੈ, ਤੇ ਤੁਸੀਂ ਕਹਿੰਦੇ ਹੋ ਵੀ ਇਹ ਨਹੀਂ ਕਹਿਣਾ, ਉਹ ਰਾਮ ਨੂੰ ਮੰਨੀ ਬੈਠਾ। ਇਸ ਕਰਕੇ ਹੈ ਤਾਂ ਉਸੇ ਦਾ ਹੀ ਨਾਮ ਖੁਦਾ, ਤੇ ਉਸੇ ਦਾ ਹੀ ਨਾਮ ਰਾਮ, ਉਸੇ ਦਾ ਹੀ ਨਾਮ ਨਾਰਾਇਣ, ਪਰ ਜੇ ਤੁਹਾਡੇ ਸਾਹਮਣੇ ਕੋਈ ਰਾਮ ਕਹਿ ਦਵੇ ਜਾਂ ਨਾਰਾਇਣ ਕਹਿ ਦਵੇ, ਤੁਸੀਂ ਵਰਜ ਦਿੰਦੇ ਹੋ, ਰੋਕ ਦਿੰਦੇ ਹੋ। ਤੁਸੀਂ ਉਹਨੂੰ ਕਹਿੰਦੇ ਹੋ ਵੀ ਰਾਮ ਨਾ ਕਹੇ, ਨਾਰਾਇਣ ਨਾ ਕਹੇ, ਜੇ ਕਹਿਣਾ ਹੈ ਤਾਂ ਮੌਲਾ ਪਾਕ ਕਹੇ, ਮੌਲਾ ਕਹੇ ਆਪਣੀ ਰਸਨਾ ਤੋਂ, ਜੋ ਮੌਲਾ ਪਾਕ ਪਵਿੱਤਰ ਹੈ। ਫਿਰ ਤੁਸੀਂ ਮਿਲ ਮਿਲ ਕੇ ਪੁਕਾਰ ਕੇ ਕਹਿੰਦੇ ਹੋ ਕਿ ਸਾਡੇ ਵਾਸਤੇ ਹੀ ਭਿਸ਼ਟਾਂ ਦਾ ਸੁੱਖ ਬਣਿਆ ਹੈ, ਦੂਜਿਆਂ ਵਾਸਤੇ ਨਹੀਂ ਹੈ। ਅਸੀਂ ਮੁਸਲਮਾਨ ਆ ਨਾ, ਇਸ ਕਰਕੇ ਅਸੀਂ ਭਿਸ਼ਟਾਂ ਨੂੰ ਜਾਣਾ ਵਾ, ਹੋਰ ਨਹੀਂ ਕੋਈ ਭਿਸ਼ਟਾਂ ਨੂੰ ਜਾ ਸਕਦਾ। ਤੁਸੀਂ ਇਹ ਵੀ ਕਹਿੰਦੇ ਹੋ ਮਿਲ ਮਿਲ ਕੇ। ਫਿਰ ਤੁਸੀਂ ਕਹਿੰਦੇ ਹੋ ਵੀ ਜਿਹੜੇ ਦੋਜਕ ਵਾ ਇਹ ਹਿੰਦੂਆਂ ਵਾਸਤੇ ਬਣੇ ਹੋਏ ਆ, ਕਿ ਅਸੀਂ ਮੁਸਲਮਾਨ ਵਾ, ਅਸੀਂ ਤੇ ਭਿਸ਼ਟਵੇ ਚਲੇ ਜਾਣਾ, ਜਿਹੜੇ ਹਿੰਦੂ ਆ ਉਹਨਾਂ ਨੇ ਦੋਜਕ ਨੂੰ ਚਲੇ ਜਾਣਾ। ਭਿਸ਼ਟ ਕਹਿੰਦੇ ਸਵਰਗ ਨੂੰ, ਦੋਜਕ ਕਹਿੰਦੇ ਨਰਕਾਂ ਨੂੰ, ਵੀ ਅਸੀਂ ਸਵਰਗ ਨੂੰ ਜਾਵਾਂਗੇ, ਭਿਸ਼ਟ ਨੂੰ ਜਾਵਾਂਗੇ, ਤੇ ਹਿੰਦੂ ਉਹ ਨਰਕਾਂ ਨੂੰ ਜਾਣਗੇ। ਇਸ ਤਰ੍ਹਾਂ ਉਹਨਾਂ ਦਾ ਮਤ ਤੁਹਾਨੂੰ ਨਹੀਂ ਚੰਗਾ ਲੱਗਦਾ, ਨਹੀਂ ਭਾਉਂਦਾ ਹੈ। ਤੁਹਾਨੂੰ ਤੁਸੀਂ ਖੁਦਾਏ ਤੇ ਮੌਲਾ ਆਦਿਕ ਨਾਮ ਕਹਿੰਦੇ ਹੋ, ਤੇ ਜੇ ਕੋਈ ਹਿੰਦੂਆਂ ਦੇ ਵਿੱਚ ਖੁਦਾ ਤੇ ਮੌਲਾ ਇਹਨਾਂ ਨੂੰ ਜਪਣ ਲੱਗ ਪਵੇ, ਯਾਦ ਕਰੇ, ਤੇ ਤੁਸੀਂ ਕਹਿੰਦੇ ਹੋ ਇਹ ਵਿਗੜ ਗਿਆ ਹੈ, ਇਹ ਵਿਗੜਿਆ ਹੋਇਆ ਹੈ, ਤੁਸੀਂ ਜਾਤ ਪਾਤ ਤੋਂ ਬਾਹਰ ਕੱਢ ਦਿੰਦੇ ਹੋ। ਇਸ ਤਰ੍ਹਾਂ ਮਹਾਰਾਜ ਕਹਿੰਦੇ ਦੋ ਤਾਂ ਤੁਸੀਂ ਇਹ ਬਣਾ ਦਿੱਤੇ ਨਾ, ਤਾਂ ਅਸੀਂ ਤਿੰਨ ਖੁਦਾ ਕਿਹਾ ਵੀ ਇੱਕ ਜਿਹੜਾ ਤੁਸੀਂ ਜਪਦੇ ਹੋ ਖੁਦਾ, ਇੱਕ ਜਿਹਨੂੰ ਤੁਸੀਂ ਨਹੀਂ ਜਪਣ ਦਿੰਦੇ ਹੋ ਉਹ ਹੋ ਗਿਆ ਖੁਦਾ ਹਿੰਦੂਆਂ ਵਾਲਾ, ਤੇ ਤੀਸਰਾ ਇਹ ਹੈ ਜਿਹੜਾ ਅਸੀਂ ਦੋਨਾਂ 'ਚ ਇੱਕ ਮੰਨਿਆ, ਇਹ ਤੀਜਾ ਫਿਰ ਸਾਡੇ ਵਾਲਾ ਹੋ ਗਿਆ। ਵੀ ਇੱਕ ਤੁਹਾਡਾ ਇੱਕ ਦੂਸਰਾ ਹੋ ਗਿਆ, ਤੇ ਇੱਕ ਫਿਰ ਸਾਡਾ ਹੋ ਗਿਆ ਨਾ। ਅਸੀਂ ਦੋਨਾਂ 'ਚ ਇੱਕੋ ਮੰਨਦੇ, ਅਸੀਂ ਕਹਿੰਦੇ ਜਿਹੜਾ ਖੁਦਾ ਕਹਿੰਦਾ ਉਹ ਵੀ ਉਹੀ ਆ,
ਜਿਹੜਾ ਰਾਮ ਕਹਿੰਦਾ ਉਹ ਵੀ ਉਹੀ ਆ, ਜਿਹਨੂੰ ਅਸੀਂ ਵਾਹਿਗੁਰੂ ਕਹਿੰਦੇ ਉਹ ਵੀ ਉਹੀ ਆ, ਇੱਕੋ ਹੀ ਆ। ਪਰ ਅਸੀਂ ਰੋਕਦੇ ਨਹੀਂ ਵੀ ਕੋਈ ਰਾਮ ਨਾ ਆਖੇ, ਕੋਈ ਖੁਦਾ ਨਾ ਆਖੇ। ਜਿਹੜਾ ਰਾਮ ਕਹਿਣ ਵਾਲਾ ਉਹ ਰਾਮ ਆਖੇ, ਜਿਹੜਾ ਖੁਦਾ ਕਹਿਣ ਵਾਲਾ ਉਹ ਖੁਦਾ ਆਖੇ, ਤੇ ਜਿਹੜਾ ਗੁਰੂ ਕਾ ਸਿੱਖ ਆ ਉਹ ਵਾਹਿਗੁਰੂ ਵਾਹਿਗੁਰੂ ਆਖੇ। ਤੇ ਜਦੋਂ ਗੁਰੂ ਕੀ ਬਾਣੀ ਪੜ੍ਹੇ ਤੇ ਗੁਰਬਾਣੀ ਵਿੱਚ ਤੇ ਸਾਰਾ ਕੁਝ ਹੀ ਆਖਿਆ ਜਾਂਦਾ, ਰਾਮ ਵੀ ਆਖਿਆ ਜਾਂਦਾ, ਖੁਦਾ ਵੀ ਆਖਿਆ ਜਾਂਦਾ, ਸਭ ਕੁਝ ਹੀ ਆਖਿਆ ਜਾਂਦਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਬੋਲੇ कोई सेवै गुसैया, कोई अल्लाह है, कोई सेवै गुसैया, कोई अल्लाह है, कोई कारण करण करीम, कृपा धार रहीम, कोई उसनू राम कहता है, कोई खुदा कहता है, ते अर्थ दोनों का एको ही है। राम भी उन्होंने तां आख्या जाता भी सारे थावां ते रमिया वा, कि खुदा का अर्थ भी उही है, भाषा करके नाम वखरा है, पर खुदा का अर्थ भी जिहड़ा खुद आया होया सारे पासे, खुद आया होया। राम जिहड़ा सारे थावां ते रमिया होया, तो ऐसा वो इको ही है। महाराज साहब जी कहते इस तरह एक तुसी जो कहते हो, एक दूसरा जिन्हों तुसी वखरा कर दिता है, ते एक जो असी दोनों दे विच एक नूं मन्निया है। हाँ, सारे पासे जो तरफदारी हित हाने हो, सो सारियां दी तरफदारी दा हित नाश कीता है, भाव सारियां दा पक्ष जिहड़ा ना वो नाश कीता है। भी जपदे तां है, कोई खुदा कह के जपदा, पर उन्हें कह दिता भी ये साडा ही है, दूजे दा नहीं। जिन्हें राम कह के जपिया उन्हें कहा भी ये साडा ही है, दूसरा नहीं इनू जप सकदा। पर महाराज कहंदे असीं सारियां दी तरफदारी दा जिहड़ा हित है ना, जिसने ये नाश किया है, भाव दोनों में एक नूं समझिया, एक ये आ खुदा, जिसने दोनों मैं एक मान्या। जिन्हें दोवां विच भी राम जपण वाले भी उसनूं ही जप रहे आ, खुदा जपण वाले भी उसे नूं जप रहे आ। ये फिर महाराज कहंदे तीजा हो गया पक्ष। ये तुसीं तां झगड़दियां होइयां दो पक्ष बना दिते, ते जिहड़ा दोनों तो वखरा है वो इन्हां नाल मेल नहीं करता, वो तो सारियां विच एक नूं वेखदा है। पर महाराज कहंदे है दोनों विच कोई झगड़ा कोई नहीं है, झगड़ा तुसीं बना दिता है। ये साडा पंथ वो है जिहड़ा दोनों विच एक नूं ही वेखदा, निश्चा करदा है। इस तरह महाराज साहब जी का बचन सुन करके बादशाह ने फिर चुप धार ली। महाराज साहब ने उन्होंने की गल भी दस दी भी तुहाडा इस तरह का निश्चा है, ते साडा जिहड़ा निश्चा सी दोनों तो न्यारा है साडा, असीं सारियां विचों एक नूं वेखदे। वेखो जदों आपां गुरबाणी पढ़दे हां ते गुरबाणी दे विच परमेश्वर दे अनेकां ही नाम आ जांदे साध संगत। हाँ, जो सानू गुरमंत्र के रूप में मिलता वो सानू वाहिगुरू मिलिया। मूल मंत्र दिता पंजा प्यारियां ने, गुरमंत्र दिता, गुरमंत्र वाहिगुरू है, वह जप करना है। पर जो आप गुरबाणी पढ़ते हैं तो गुरबाणी के एक एक शब्द में भी अनेका नाम आ जाते, एक शब्द में किते राम आ गया, किते रहीम आ गया, किते दमोदर आ गया, किते गोपाल आ गया, किते गोबिंद आ गया, किते बीठल आ गया। नाम गिने नहीं जाते किन्ने नाम आ जाते परमेश्वर के। ते भगतां ने वख-वख नामां दे नाल प्रभु नूं सिमरिया है।
ਅਸਲ ਵਿੱਚ ਤਾਂ ਸਾਧ ਸੰਗਤ ਜੀ ਇਹ ਭਾਸ਼ਾ ਕਰਕੇ ਪਰਮੇਸ਼ਰ ਦੇ ਅਨੇਕਾਂ ਨਾਮ ਹਨ। ਜਿਵੇਂ ਭਾਸ਼ਾ ਕਰਕੇ ਪਦਾਰਥ ਦੇ ਵੀ ਏਕਾਂ ਨਾਮ। ਹੁਣ ਰੋਟੀ ਦੇ ਹੀ ਕਿੰਨੇ ਨਾਮ, ਅਸੀਂ ਇਹਨੂੰ ਰੋਟੀ ਵੀ ਕਹਿ ਦਿੰਦੇ ਆ, ਪ੍ਰਸ਼ਾਦਾ ਵੀ ਕਹਿ ਦਿੰਦੇ ਆ, ਕਈ ਇਸੇ ਤਰ੍ਹਾਂ ਫੁਲਕਾ ਵੀ ਕਹਿ ਦਿੰਦੇ ਆ, ਕਈ ਹੋਰ ਵੀ ਕੁਝ, ਕੋਈ ਪਰੌਂਠਾ ਕਹਿ ਦਿੰਦਾ ਹੈ, ਕੋਈ ਕੁਝ ਕਹਿ ਦਿੰਦਾ, ਹੈ ਤਾਂ ਰੋਟੀ ਹੈ ਨਾ। ਪਾਣੀ ਦੇ ਕਿੰਨੇ ਨਾਮ ਆ ਭਾਸ਼ਾ ਕਰਕੇ, ਪਾਣੀ ਆ। ਤੇ ਲੰਗਰ ਵਿੱਚ ਜਦੋਂ ਵਰਤਦਾ ਉਹ ਕਹਿੰਦੇ ਜਲ, ਵਾਹਿਗੁਰੂ ਜੀ, ਪਾਣੀ ਜਲ ਵੀ ਹੈ, ਨੀਰ ਵੀ ਇਹਦਾ ਹੀ ਨਾਮ ਆ। ਅੰਗਰੇਜ਼ੀ ਵਾਲੇ ਇਹਨੂੰ ਹੀ ਵਾਟਰ ਕਹਿ ਦਿੰਦੇ ਆ। ਹੁਣ ਪਾਣੀ ਆ, ਪਾਣੀ ਕਹਿ ਕੇ ਪੀ ਲਈਏ ਫਿਰ ਵੀ ਪਿਆਸ ਹੀ ਬੁਝਾਉਂਦਾ, ਜਲ ਕਹਿ ਕੇ ਛਕ ਲਈਏ ਤਾਂ ਵੀ ਪਿਆਸ ਹੀ ਬੁਝਾਉਂਦਾ, ਉਹਦੀ ਤਸੀਰ ਤਾਂ ਨਹੀਂ ਬਦਲਦੀ। ਨਾਮ ਸਾਰੇ ਪਰਮੇਸ਼ਰ ਦੇ ਹੀ ਆ, ਭਾਸ਼ਾ ਕਰਕੇ ਵੱਖਰੇ ਵੱਖਰੇ ਹਨ, ਪਰ ਜਿਹੜਾ ਗੁਰਮਤਿ ਦੇ ਰਾਹੀਂ ਨਾਮ ਮਿਲਿਆ ਹੋਵੇ ਉਹਦਾ ਹੀ ਜਪ ਕਰਨਾ ਚਾਹੀਦਾ। ਸਾਨੂੰ ਮਹਾਰਾਜ ਨੇ ਪੰਜਾਂ ਪਿਆਰਿਆਂ ਦੇ ਰਾਹੀਂ ਵਾਹਿਗੁਰੂ ਗੁਰਮੰਤਰ ਦਿੱਤਾ ਹੈ। ਇਸ ਕਰਕੇ ਗਰੀਬ ਨਵਾਜ ਨੇ ਫਰਮਾਇਆ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਏ। ਭਾਈ ਗੁਰਦਾਸ ਸਾਹਿਬ ਜੀ ਦਾ ਕਥਨ ਹੈ। ਤਾਂ ਉਂਝ ਮਹਾਰਾਜ ਸਾਹਿਬ ਕਹਿੰਦੇ ਭਾਈ ਸਾਰੇ ਨਾਮ ਪਰਮੇਸ਼ਰ ਦੇ ਆ, ਇੰਨੇ ਨਾਮ ਆ ਗਿਣੇ ਨਹੀਂ ਜਾ ਸਕਦੇ। ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਹੈ, ਤੇਰੇ ਨਾਮ ਅਨੇਕਾ ਰੂਪ ਅਨੰਤਾ, ਕਹਿਣ ਨਾ ਜਾਹੀ ਤੇਰੇ ਗੁਣ ਕੇਤੇ। ਨਾ ਪਰਮੇਸ਼ਰ ਦੇ ਗੁਣ ਹੀ ਸਾਰੇ ਕਹੇ ਜਾ ਸਕਦੇ ਆ, ਨਾ ਉਹਦੇ ਰੂਪ ਹੀ ਸਾਰੇ ਕਥਨ ਕੀਤੇ ਜਾ ਸਕਦੇ, ਤੇ ਨਾ ਉਹਦੇ ਸਾਰੇ ਨਾਮ ਹੀ ਬਿਆਨ ਕੀਤੇ ਜਾ ਸਕਦੇ। ਤੇ ਜਿਹੜਾ ਕਿਸੇ ਨੇ ਜਪਿਆ ਹੈ, ਕਿਸੇ ਮਤ ਵਾਲੇ ਨੇ ਸ਼ਰਧਾ ਨਾਲ ਭਾਵਨਾ ਨਾਲ, ਉਸੇ ਨਾਮ ਨੇ ਉਹਦੀ ਕਲਿਆਣ ਕਰ ਦੇਣੀ। ਤੋ ਗਰੀਬ ਨਵਾਜ ਸਤਿਗੁਰੂ ਜੀ ਨੇ ਕਿਰਪਾ ਕੀਤੀ। ਹਾਂਜੀ, ਬਹਾਦਰ ਸ਼ਾਹ ਚੁੱਪ ਕਰ ਗਿਆ, ਫਿਰ ਅੱਗੇ ਕੋਈ ਉੱਤਰ ਨਹੀਂ ਆਇਆ। ਉੱਤਰ ਕਿਵੇਂ ਆਵੇ? 10ਵੇਂ ਪਾਤਸ਼ਾਹ ਦੇ ਸਾਹਮਣੇ ਮਹਾਰਾਜ ਨੇ ਤਸੱਲੀ ਕਰਾਈ ਉਹਦੀ। ਗਰੀਬ ਨਵਾਜ ਸਾਹਿਬ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਅਸੀਸ ਅੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ 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 हे गोविंद हे गोपाल हे दयाल लाल। प्राणनाथ अनाथ सखे दीन दर्द निवार। हे समरथ अगम पूरन मोहे मया धार। अंधकूप महाभयान नानक पारे उतार। आए प्रभ शरणागति कृपा निध दयाल। एक अक्षर हर मन बसत नानक होत निहाल। कथा निता प्रत होत है सुनहो सिंह सुजान। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।